ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਦੇ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਸਤਨਾਮ ਸਿੰਘ ਸਵਾਗਤ ਕਰਦਾ ਹਾਂ। ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ, ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਕੋਈ ਆਪਣਾ ਸਿੱਖ ਵੀਰ ਕਿਸੇ ਉੱਚੇ ਸਥਾਨ ਤੇ ਪਹੁੰਚਦਾ ਹੈ। ਇਵੇਂ ਹੀ ਸਾਡੇ ਵੀਰ ਜਗਤੇਸ਼ਵਰ ਸਿੰਘ ਸੁਪੁੱਤਰ ਸਰਦਾਰ ਨਿਰਮਲ ਸਿੰਘ ਅਤੇ ਮਾਤਾ ਹਰਦੀਪ ਕੌਰ ਜੀ, ਜਿਨ੍ਹਾਂ ਨੇ ਅੱਜ KS ਵਿੱਚ 182 ਰੈਂਕ 182ਵਾਂ ਰੈਂਕ ਲਿਆਇਆ ਨੇ ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਅੱਜ ਇਕਵਾਣੀ ਦੀ ਟੀਮ ਇਹਨਾਂ ਕੋਲ ਪਹੁੰਚੀ ਹੈ ਕਿ ਇਹਦੇ ਸਾਰੇ ਪਰਿਵਾਰ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ, ਇਹਨਾਂ ਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ। ਕਾਫੀ ਲੰਮਾ ਸਮਾਂ ਅਰਸਾ ਤਕਰੀਬਨ 10 ਸਾਲ ਤੋਂ ਸਟਰਗਲ ਕਰ ਰਹੇ ਸੀ KS ਵਾਸਤੇ। ਅੱਜ ਇਹਨਾਂ ਦੀ ਇਹ ਜੋ ਹੈ ਖੁਆਇਸ਼ ਪੂਰੀ ਹੋਈ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਪਿਤਾ ਜੀ ਸਰਦਾਰ ਨਿਰਮਲ ਸਿੰਘ ਹੋਰਾਂ ਦੀ ਬਹੁਤ ਹੀ ਖੁਆਇਸ਼ ਸੀਗੀ, ਜੋ ਕਿ ਇੱਕ 4th ਕਲਾਸ ਇੰਪਲੋਈ ਸਨ। ਉਹਨਾਂ ਦੀ ਬੜੀ ਖੁਆਇਸ਼ ਸੀ ਕਿ ਮੇਰਾ ਬੇਟਾ ਕਿਸੇ ਉੱਚੇ ਪੱਧਰ ਤੇ ਪਹੁੰਚੇ, ਤਾਂ ਅੱਜ ਉਹਨਾਂ ਨੇ ਉਹ ਮੁਕਾਮ ਹਾਸਿਲ ਕੀਤਾ ਹੈ। ਆਓ ਗੱਲ ਕਰਦੇ ਹਾਂ ਸਰਦਾਰ ਜਗਤੇਸ਼ਵਰ ਸਿੰਘ ਹੋਰਾਂ ਨਾਲ, ਜਿਨ੍ਹਾਂ ਨੇ ਅੱਜ KS ਵਿੱਚ 182 ਰੈਂਕ ਮਤਲਬ 182ਵਾਂ ਰੈਂਕ ਲਿਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤੇਸ਼ਵਰ ਵੀਰ ਜੀ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਤੁਹਾਡੀ ਜਿਹੜੀ ਇਹ ਜਰਨੀ ਰਹੀ ਹੈ KS ਦੀ, ਕਿਵੇਂ ਦੀ ਰਹੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਇੱਕ ਬਾਣੀ ਦੀ ਪੂਰੀ ਟੀਮ ਦਾ ਆਪਣੇ ਦਿਲ ਦੀ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਹਾਂ। ਮੇਰੀ ਜਿਹੜੀ ਜਰਨੀ ਰਹੀ ਹੈ, ਆਲਮੋਸਟ ਮੈਂ 9-10 ਸਾਲ ਜਿਹੜੇ ਨੇ ਇਹ ਸਿਵਲ ਸਰਵਿਸਿਜ਼ ਦੀ ਜਰਨੀ ਵਿੱਚ ਦਿੱਤੇ। ਇਸ ਦੇ ਵਿੱਚ ਕਾਫੀ ਮੈਨੂੰ ਅਪਸ ਐਂਡ ਡਾਊਨਸ ਦਾ ਸਾਹਮਣਾ ਕਰਨਾ ਪਿਆ। ਮੇਰੀ ਇਨੀਸ਼ੀਅਲ ਜਿਹੜੀ ਸਕੂਲਿੰਗ ਰਹੀ ਹੈ ਉਹ ਇੱਕ ਨੋਰਮਲ ਕਿਉਂਕਿ ਮੈਂ ਗੋਲ ਗੁਜਰਾਲ ਵਿਲੇਜ ਤੋਂ ਬਿਲੋਂਗ ਕਰਦਾ, ਤੇ ਇੱਕ ਨੋਰਮਲ ਜਿਹੜੀ ਆਮ ਇੱਕ ਬੱਚੇ ਦੀ ਸਕੂਲਿੰਗ ਹੁੰਦੀ ਹੈ ਉਸ ਤਰ੍ਹਾਂ ਮੇਰੀ ਰਹੀ। ਉਸ ਤੋਂ ਬਾਅਦ ਮੈਂ BTech ਦੀ ਮੈਂ ਪੜ੍ਹਾਈ ਕੀਤੀ, ਮਕੈਨੀਕਲ ਇੰਜੀਨੀਅਰਿੰਗ। ਦੈਨ ਲੇਟਰ ਔਨ ਮੈਂ ਮਾਸਟਰਸ ਕੀਤਾ ਪਬਲਿਕ ਐਡਮਿਨਿਸਟ੍ਰੇਸ਼ਨ ਫਰੋਮ ਦਿੱਲੀ ਯੂਨੀਵਰਸਿਟੀ। ਦੈਨ ਉਸ ਤੋਂ ਬਾਅਦ ਮੈਂ ਥੋੜ੍ਹੀ ਦੇਰ ਜੌਬ ਵੀ ਕੀਤੀ। ਦੈਨ ਫਾਈਨਲੀ ਮੈਨੂੰ ਲੱਗਿਆ ਕਿ ਨਹੀਂ, ਦਿਸ ਟਾਈਪ ਆਫ ਸੈਟਿਸਫੈਕਸ਼ਨ ਵਿਚ ਯੂ ਗੈਟ ਵਾਈਲ ਸਰਵਿੰਗ ਦ ਪੀਪਲ ਐਟ ਲਾਰਜ, ਉਸ ਦਾ ਜਿਹੜਾ ਮੁਕਾਬਲਾ ਹੈ ਉਹ ਪ੍ਰਾਈਵੇਟ ਸੈਕਟਰ ਵਿੱਚ ਨਹੀਂ ਹੈ। ਤੇ ਫਿਰ ਮੈਨੂੰ ਲੱਗਿਆ ਕਿ ਨਹੀਂ, ਮੇਰੀ ਕਾਲਿੰਗ ਜਿਹੜੀ ਹੈ ਉਹ ਸ਼ਾਇਦ ਕਿਧਰੇ ਹੋਰ ਹੈ, ਉੱਪਰ ਵਾਲੇ ਦਾ ਇਹ ਹੁਕਮ ਹੈ। ਤੇ ਫਿਰ ਮੈਂ ਇਸ ਜਰਨੀ ਵਿੱਚ ਆਇਆ। ਔਰ ਕਿਉਂਕਿ ਮੈਂ ਆਪਣੀ ਲਾਈਫ ਵਿੱਚ ਇੱਕ ਸਟੂਡੈਂਟਸ ਕੈਂਡੀਡੇਟ ਜਿਹੜਾ ਹਮੇਸ਼ਾ ਰਿਹਾ, ਟੌਪਰਸ ਵਿੱਚ ਮੈਂ ਹਮੇਸ਼ਾ ਰਿਹਾ ਹਾਂ, ਬਟ ਕਿਉਂਕਿ ਇਸ ਜਰਨੀ ਵਿੱਚ ਸ਼ਾਇਦ ਮੈਨੂੰ ਪਤਾ ਨਹੀਂ ਸੀ ਕਿ ਇਹ ਜਰਨੀ ਇੰਨੀ ਆਸਾਨ ਮੇਰੇ ਵਾਸਤੇ ਨਹੀਂ ਹੈ। ਮੈਨੂੰ ਕਾਫੀ ਉਤਾਰ ਚੜਾਵ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪਵੇਗਾ। ਇਨਫੈਕਟ ਤੁਸੀਂ ਆਪ ਸਭ ਵੀ ਜਾਣਦੇ ਹੋ ਕਿ ਸਿਵਲ ਸਰਵਿਸਿਜ਼ ਜਿਹੜੇ ਨੇ ਦੇ ਆਰ ਦ ਸਟੀਲ ਫਰੇਮ ਆਫ ਦ ਨੇਸ਼ਨ, ਦੇ ਆਰ ਐਕਚੁਅਲੀ ਦ ਨੇਸ਼ਨ ਬਿਲਡਰਸ। ਇਸ ਦੇ ਵਿੱਚ ਕਾਫੀ ਇੱਕ ਉਤਾਰ ਚੜਾਵ ਨਾਲ ਤੁਹਾਨੂੰ ਜਾਣਾ ਪੈਂਦਾ ਹੈ, ਕਿਉਂਕਿ ਇਹ ਇੱਕ 3 ਸਟੇਜ ਟੀਅਰ ਪ੍ਰੋਸੈਸ ਹੈ। ਯਾਨੀ ਪ੍ਰੋਸੈਸ ਵਿੱਚ ਹੀ ਤੁਹਾਨੂੰ ਅਲਟੀਮੇਟਲੀ ਜਿਹੜੇ 2 ਤੋਂ 3 ਸਾਲ ਲੱਗ ਜਾਂਦੇ ਨੇ ਇੱਕ ਪ੍ਰੋਸੈਸ ਕੰਪਲੀਟ ਹੁੰਦਿਆਂ। ਅਤੇ ਕਾਫੀ ਵਾਰੀ ਇਸ ਤਰ੍ਹਾਂ ਹੋਇਆ ਕਿ ਮੈਂ ਇੱਕ ਸਟੇਜ ਕੁਆਲੀਫਾਈ ਕੀਤੀ, ਦੈਨ ਮੈਂ ਦੂਸਰੀ ਸਟੇਜ ਵਿੱਚ ਗਿਆ, ਐਂਡ ਆਲਮੋਸਟ ਐਵਰੀ ਸਟੇਜ ਵਿੱਚ ਮੈਂ ਇੰਟਰਵਿਊ ਤੱਕ ਮੈਂ ਪਹੁੰਚਿਆ। ਬਟ ਕਿਧਰੇ ਨਾ ਕਿਧਰੇ ਕੁਛ ਮਾਰਕਸ ਜਿਹੜੇ ਕਿਧਰੇ 2 ਨੰਬਰ, ਕਿਧਰੇ 10 ਨੰਬਰ, ਕਿਧਰੇ 5 ਨੰਬਰ, ਉਹਨਾਂ ਦੇ ਕਾਰਨ ਇਹ ਮੇਰੀ ਜਿਹੜੀ ਜਰਨੀ ਹੈ ਇਹ ਤੋੜ ਪੂਰੀ ਤਰ੍ਹਾਂ ਨਹੀਂ ਚੜ੍ਹ ਸਕੀ। ਅਤੇ ਅਲਟੀਮੇਟਲੀ ਇਹ ਸਾਰਾ ਪ੍ਰੋਸੈਸ ਹੁੰਦਾ ਰਿਹਾ। ਅਤੇ ਫਿਰ ਇਹ 2021 JKS ਵੇਅਰ ਆਈ ਹੈਵ ਸਿਕਿਉਰ 182 ਰੈਂਕ। ਇਨ ਦਿਸ ਆਲਸੋ ਆਈ ਥਿੰਕ ਮੈਨੂੰ 2 ਸਾਲ ਦਾ ਜਿਹੜਾ ਟਾਈਮ ਹੈ ਉਹ ਲੱਗਿਆ। ਸਭ ਤੋਂ ਵੱਡੀ ਚੀਜ਼ ਇਹ ਰਹਿੰਦੀ ਹੈ ਕਿ ਪੇਸ਼ੈਂਸ ਜਿਹੜਾ ਹੈ ਉਹ ਬਹੁਤ ਵੱਡੀ ਚੀਜ਼ ਹੈ। ਪਰਸੀਵਰੈਂਸ ਐਂਡ ਪੇਸ਼ੈਂਸ, ਇਹ 2 ਸ਼ਬਦ ਜਿन्हें ਬੋਲਦੇ ਵਿੱਚ ਆਸਾਨ ਲੱਗਦੇ ਨੇ, ਲੇਕਿਨ ਜ਼ਿੰਦਗੀ 'ਚ ਉਤਾਰਨਾ ਸ਼ਾਇਦ ਇਹਨਾਂ ਨੂੰ ਕਾਫੀ ਮੁਸ਼ਕਿਲ ਹੁੰਦਾ ਹੈ। ਔਰ ਆਫਕੋਰਸ ਤੁਹਾਡੇ ਉੱਪਰ ਬੜੀ ਸਾਰੀਆਂ ਐਕਸਪੈਕਟੇਸ਼ਨਸ ਹੁੰਦੀਆਂ, ਤੁਹਾਡਾ ਆਪਣਾ ਪੋਟੈਂਸ਼ੀਅਲ ਹੁੰਦਾ ਹੈ, ਫੈਮਿਲੀ ਦਾ ਇੱਕ ਸਪੋਰਟ ਰਹਿੰਦਾ ਹੈ ਜਿਹੜਾ ਕਿ ਮੇਰੇ ਨਾਲ ਬਹੁਤ ਜ਼ਿਆਦਾ ਰਿਹਾ। ਅਨਫੋਰਚੂਨੇਟਲੀ ਮੇਰੇ ਫਾਦਰ ਜਿਹੜੇ ਇਸ ਦੁਨੀਆ ਵਿੱਚ ਨਹੀਂ ਹਨ, ਉਹਨਾਂ ਦਾ ਇੱਕ ਬੜਾ ਵੱਡਾ ਸੁਪਨਾ ਸੀ, ਔਰ ਨਾ ਕੇਵਲ ਫਾਦਰ ਦਾ ਸੁਪਨਾ ਸੀ ਬਟ ਮੇਰੇ ਗ੍ਰੇਟ ਗ੍ਰੈਂਡਫਾਦਰ ਵੀ ਇਹ ਚੀਜ਼ ਚਾਹੁੰਦੇ ਸਨ, ਸ਼ਾਇਦ ਗ੍ਰੈਂਡਫਾਦਰ ਵੀ ਉਹ ਚਾਹੁੰਦੇ ਸਨ ਔਰ ਫਾਦਰ ਵੀ ਚਾਹੁੰਦੇ ਸਨ। ਉਹ ਕਿਧਰੇ ਨਾ ਕਿਧਰੇ ਜਿਹੜਾ ਹੈ ਮੈਂ ਉਹ ਪੂਰਾ ਕਰ ਪਾਇਆ। ਇਟ ਇਜ਼ ਪ੍ਰਾਈਮਰਲੀ ਬਿਕੋਜ਼ ਆਫ ਮਾਈ ਮਦਰ ਐਂਡ ਮਾਈ 2 sisters. Had they not been my support, it would rather been difficult for me to carry forward my journey. ਕਿਉਂਕਿ ਇਸ ਵਾਸਤੇ ਮੈਂ ਗੱਲ ਕਹਿ ਰਿਹਾ ਕਿਉਂਕਿ ਜਰਨੀ ਵਿੱਚ ਤੁਹਾਨੂੰ ਬੜੇ ਸਾਰੇ ਅਪਸ ਐਂਡ ਡਾਊਨਸ ਹੁੰਦੇ ਨੇ, ਤੁਹਾਨੂੰ ਸੋਸਾਈਟਲ ਪ੍ਰੈਸ਼ਰ ਵੀ ਫੇਸ ਕਰਨਾ ਹੁੰਦਾ ਹੈ, ਵਕਤ ਰੁਕਦਾ ਨਹੀਂ ਹੈ। ਬਟ ਸਿਸਟਰਸ ਦਾ ਇਹ ਕੰਸਰਨ ਰਿਹਾ ਕਿ ਇੱਕ ਨੰਬਰ ਤੋਂ 2 ਨੰਬਰ ਤੋਂ ਜਿਵੇਂ ਮੈਂ ਰਹਿੰਦਾ ਰਿਹਾ। ਇਨਫੈਕਟ ਆਲਮੋਸਟ ਹਰ ਤਰ੍ਹਾਂ ਦਾ ਪੇਪਰ ਮੈਂ PSC ਵਿੱਚ ਇੰਟਰਵਿਊ ਜਿਹੜਾ ਮੈਂ ਦਿੱਤਾ ਹੈ। ਅਤੇ ਸਿਸਟਰਸ ਦਾ ਇਹ ਰਿਹਾ ਕਿ ਕੋਈ ਗੱਲ ਨਹੀਂ, ਯੂ ਹੈਵ ਟੂ, ਇਫ ਯੂ ਹੈਵ ਥਿੰਕ ਸਮਥਿੰਗ ਦੈਨ ਯੂ ਹੈਵ ਟੂ ਕੈਰੀ ਇਟ ਫੋਰਵਰਡ, ਹਾਊ ਲੌਂਗ ਇਟ ਵੁੱਡ ਬੀ, ਕੋਈ ਗੱਲ ਨਹੀਂ, ਉਹ ਲਾਸਟ ਟਾਈਮ ਆਏਗਾ। ਜਿਵੇਂ ਮੈਂ ਹਾਰਦਾ ਸਾਂ, ਉਹ ਰਾਤ ਦਾ ਬੜੀਆਂ ਐਸੀਆਂ ਰਾਤਾਂ ਸਨ। ਅਕਸਰ ਕਹਿੰਦੇ ਨੇ ਕਿ ਇਹ ਦਿਨ तो बड़ा खुश मिजाज लगता है, कम वक्त वो रातें हमें दिखाई नहीं देती, कितनी कितनी रातें हम सोए नहीं हैं।
ਉਹ ਜਿਹੜੀ ਪੂਰੀ ਜਰਨੀ ਹੈ ਉਹ ਸ਼ਾਇਦ ਮੇਰੀ ਸਿਸਟਰਸ ਮੇਰੀ ਮਦਰ ਦੇ ਬਿਨਾ ਇਨਕੰਪਲੀਟ ਸੀ। ਇਸ ਲੈਵਲ ਤੱਕ ਮੈਂ ਸੋਚਦਾ ਕਿ ਹਾਰਡ ਵਰਕ ਵਾਸ ਵਨ ਫੈਕਟਰ, ਬਟ ਅਨਦਰ ਫੈਕਟਰ ਵਾਸ देयर बिलीव इन मी कि दैट यू कैन डू इट। और ये शायद बिलीव ही ऐसा सी ਜਿਹੜਾ ਮੈਨੂੰ ਇੰਨਾ ਲੰਬਾ ਇੱਥੇ ਤੱਕ ਲੈ ਕੇ ਆਇਆ ਐਂਡ ਫਾਈਨਲੀ ਕਿ ਮੈਂ ਅੱਜ ਇਸ ਮੁਕਾਮ ਤੇ ਔਰ ਆਈ ਐਮ ਗੈਟਿੰਗ ਦਿਸ ਇੰਟਰਵਿਊ ਵਿਦ ਇਕਬਾਨੀ ਟੀਮ। ਜੀ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਜਗਤੇਸ਼ਵਰ ਔਰ ਆਪਣੀ ਰੋਜ਼ੀ ਰੋਟੀ ਲਈ ਆਪਣੀ ਮਤਲਬ ਪਰਿਵਾਰ ਨੂੰ ਪਾਲਣ ਲਈ ਟੀਚਿੰਗ ਲਾਈਨ ਵਿੱਚ ਕਾਫੀ ਟਾਈਮ ਤੋਂ ਸਨ। ਇਹਨਾਂ ਦਾ ਪੈਸ਼ਨ ਸੀ ਟੀਚਿੰਗ। ਇਹਨਾਂ ਨੇ ਕਾਫੀ ਮਤਲਬ ਪ੍ਰੋਮੀਨੈਂਟ ਇੰਸਟੀਚਿਊਟਸ ਵਿੱਚ ਕੋਚਿੰਗ ਵੀ ਦਿੱਤੀ ਹੋਈ ਹੈ। ਜੋ ਬੱਚੇ ਅੱਜ ਉਹਨਾਂ ਵਿੱਚੋਂ ਕੁਝ ਬੱਚੇ ਅੱਜ KS 221 ਚ ਮਤਲਬ 2021 ਚ ਉਹਨਾਂ ਨੇ ਅੱਜ ਕੁਆਲੀਫਾਈ ਵੀ ਕੀਤਾ ਹੈ। ਕਿਵੇਂ ਦੀ ਇਹ ਸਾਰੀ ਜਰਨੀ ਕਿ ਟੀਚਿੰਗ ਦੇ ਨਾਲ ਨਾਲ ਤਿਆਰੀ ਕਰਨਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਜਗਤੇਸ਼ਵਰ ਜੀ, ਇਹਦੇ ਬਾਰੇ ਕੀ ਕਹੋਗੇ ਤੁਸੀਂ? ਸਰ ਆਫਟਰ ਮੈਂ ਜਿਸ ਤਰ੍ਹਾਂ ਬੀਟੈਕ ਕੁਆਲੀਫਾਈ ਕੀਤੀ, ਮੈਂ ਮੇਰੀ ਜਰਨੀ ਇਨਕੰਪਲੀਟ ਹੋਏਗੀ ਅਗਰ ਮੈਂ ਡੇਰਾ ਨੰਗਾਲੀ ਸਾਹਿਬ ਦਾ ਧੰਨਵਾਦ ਨਾ ਕਰਾਂਗਾ। ਪੂਜਯ ਮਹੰਤ ਸਾਹਿਬ ਜੀ ਦਾ ਦਿਲ ਤੋਂ ਧੰਨਵਾਦ ਹੈ। ਇਸ ਮੇਰੀ ਵਿਗੜਦੇ ਹੋਏ ਟਾਈਮ ਵਿੱਚ ਵੀ ਮੈਂ ਹਮੇਸ਼ਾ ਜਿਹੜੇ ਨਿਰਾਸ਼ ਹੁੰਦਾ ਸਾਂ ਉਹਨਾਂ ਦੇ ਚਰਨਾਂ 'ਚ ਜਾ ਕੇ ਬੈਠ ਜਾਂਦਾ ਸਾਂ। ਉਹ ਹੱਸਦੇ ਹੋਏ ਮੇਰੇ ਮੂੰਹ ਨੂੰ ਦੇਖਦੇ ਸਨ ਤੇ ਲਾਸਟ ਵਿੱਚ ਮੈਨੂੰ ਕਹਿੰਦੇ ਸਨ ਆ ਕੇ ਗੱਲ ਹੈ। ਤੇ ਜਦੋਂ ਮੈਂ ਬੋਲਦਾ ਸਾਂ ਮਹਾਰਾਜ ਇਸ ਤਰ੍ਹਾਂ, ਉਹ ਕਹਿੰਦੇ ਸਨ ਲੈਟ ਹਰ ਸਭ ਅੱਛਾ ਹੋਏਗਾ, ਸਬਰ ਸਬਰ। ਉਹਨਾਂ ਨੇ ਮੈਨੂੰ ਸਬਰ ਬੋਲਿਆ, ਸ਼ਾਇਦ ਉਹ ਸਬਰ ਹੀ ਹੈ ਅੱਜ ਜਿਹੜਾ ਇਹ ਸਾਹਮਣੇ ਆਇਆ ਹੈ। ਦੂਸਰੀ ਜਰਨੀ ਇਸ ਤਰ੍ਹਾਂ ਰਹੀ ਸਰ, ਮੈਂ MBS ਕਾਲਜ ਦਾ ਟੌਪਰ ਰਿਹਾ, ਮਕੈਨੀਕਲ ਇੰਜੀਨੀਅਰਿੰਗ ਤੋਂ ਆਈ ਵਾਸ ਪਾਸ ਆਊਟ ਔਰ ਮੈਂ ਟੌਪਰ ਰਿਹਾ। ਜਿਸ ਤਰ੍ਹਾਂ ਮੈਂ ਕਾਲਜ ਤੋਂ ਪਾਸ ਆਊਟ ਹੋਇਆ ਮੈਨੂੰ ਪੜ੍ਹਾਉਣ ਦਾ ਜਿਹੜਾ ਇੱਕ ਟੀਚਿੰਗ ਅਸਿਸਟੈਂਟ ਦਾ ਆਫਰ ਉਸੇ ਵਕਤ ਮੈਨੂੰ ਕਾਲਜ ਨੇ ਦੇ ਦਿੱਤਾ। ਹਾਲਾਂਕਿ ਉਹ ਮੈਂ ਕੰਟੀਨਿਊ ਨਹੀਂ ਕਰ ਪਾਇਆ ਕਿਉਂਕਿ ਮੈਂ ਥੋੜਾ ਦਿੱਲੀ ਵੱਲ ਮੈਨੂੰ ਜਾਣਾ ਪਿਆ। ਫਿਰ ਦਿੱਲੀ ਵਿੱਚ ਜੇ ਮੈਂ ਇਸ ਜਰਨੀ ਵਿੱਚ ਆਇਆ ਕਿਉਂਕਿ ਆਈ ਵਾਸ डिबेटर थ्रू आउट माई जर्नी, एकेडमिक जर्नी। जम्मू यूनिवर्सिटी बीयर्स टेस्टिमनी टू द फैक्ट कि मैं एक प्रोमीनेंट डिबेटर रहा दे हाँ। नैशनल मंच उपर मैं अपनी स्टेट नूं रिप्रजेंट करता रहा। कश्मीर यूनिवर्सिटी मैं जाता रहा, जम्मू यूनिवर्सिटी, बाबा गुलाम शाह बादशाह यूनिवर्सिटी, ऑलमोस्ट हर यूनिवर्सिटी च मैं डिबेट जेह्ड़े वो पार्टिसिपेट किए। जिले मैं दिल्ली दी वक्त उड़ान भरी, मैनू लग्या कि नहीं हुण थोड़ी देर मैं जॉब की जिले प्राइवेट सैक्टर विच, मैनू लग्या कि नहीं सिविल सर्विसिज दी कॉलिंग विच बिकॉज वंस यू गेट इनटू द सर्विसिज यू कैन मेक ए कॉन्ट्रीब्यूशन टू बैटर समवनस लाइफ। मैं ये नहीं कह रहा कि जिंदगियां मैं असी किसी की कोई बड़ी वड्डी चेंज लिया सकदा, वो अकाल पुरख वाहिगुरू दे हत्थ है। बट वट वी कैन डू, ਅਸੀਂ ਥੋੜਾ ਬਹੁਤ ਜਿਹੜਾ ਚੇਂਜ ਲਿਆ ਕੇ ਕਿਸੇ ਜ਼ਿੰਦਗੀ ਨੂੰ ਥੋੜਾ ਈਜ਼ੀ ਜ਼ਰੂਰ ਕਰ ਸਕਦੇ ਹਾਂ, ਉਸ ਦੇ ਵੱਲ ਮੈਂ ਇੱਥੇ ਲੱਗਿਆ। ਫਿਰ ਮੈਂ ਦਿੱਲੀ ਦੇ ਜਿਹੜੇ ਬੱਚੇ ਸਿਵਲ ਦੀ ਤਿਆਰੀ ਕਰਦੇ ਨੇ ਉਹ ਉਹਨਾਂ ਨੂੰ ਪਤਾ ਹੋਏਗਾ ਕਿ ਰਾਜਿੰਦਰ ਨਗਰ ਐਂਡ ਮੁਖਰਜੀ ਨਗਰ ਆਰ ਪ੍ਰਾਇਮਰਲੀ ਬੀਨ 2 ਹੌਟ ਸਪੌਟਸ ਫॉर ਸਿਵਲ ਸਰਵਿਸਿਜ਼ ਪ੍ਰੈਪਰੇਸ਼ਨ। ਮੈਂ ਉੱਥੋਂ ਕੋਚਿੰਗ ਵੀ ਕੀਤੀ ਔਰ ਮੇਰਾ ਸੁਭਾਗਿਆ ਰਿਹਾ ਕਿ ਉੱਥੇ ਹੀ ਮੈਨੂੰ ਪੜ੍ਹਾਉਣ ਦਾ ਮੌਕਾ ਵੀ ਲੱਭਿਆ। ਐਸੋਸੀਏਟ ਵੀ ਰਿਹਾ ਮੈਂ 2 ਪ੍ਰੋਮੀਨੈਂਟ ਇੰਸਟੀਟਿਊਸ਼ਨਸ ਵਿੱਚ। ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਕਿ ਨਹੀਂ ਇਹ ਪੇਪਰ ਵੀ ਪ੍ਰੋਸੈਸ ਵੀ ਇਸ ਤਰ੍ਹਾਂ ਚੱਲਦਾ ਰਿਹਾ, ਥੋੜਾ ਟਰੈਕ ਜਿਹੜਾ TDS ਪ੍ਰੋਸੈਸ ਸੀ 3 ਸਾਲ 4 ਸਾਲ। I was right from 2013 I was appearing for JKAS। Meanwhile मैं IAS ਵਿੱਚ ਵੀ ਮੈਂ ਮੇਨਸ 1-2 ਵਾਰੀ ਮੈਂ ਜਿਹੜਾ ਕੱਢੇ ਦਾ। ਚਲੋ ਅਨਫੋਰਚੂਨੇਟਲੀ ਮੈਂ IAS ਤੇ ਨਹੀਂ ਕਰ ਪਾਇਆ, ਬਟ ਇਸ ਜਰਨੀ ਵਿੱਚ ਜਿਹੜਾ ਹੈ ਉਹ ਮੈਂ ਚੱਲਦਾ ਰਿਹਾ। ਫਿਰ ਜਦੋਂ ਮੈਂ ਇੱਧਰ ਆਇਆ ਘਰ, ਮੇਰੇ ਫਾਦਰ ਦੀ ਕੰਡੀਸ਼ਨ ਬੜੀ ਕ੍ਰਿਟੀਕਲ ਸੀ। ਬੀਇੰਗ ਦਾ ਓਨਲੀ ਸਨ ਆਫ ਦ ਫੈਮਿਲੀ, ਇਹ ਮੇਰੀ ਬਾਉਂਡਡ ਰਿਸਪੌਂਸਿਬਿਲਿਟੀ ਸੀ ਕਿ ਮੈਂ ਫਾਦਰ ਦੀ ਜਿਹੜੀ ਹੈ ਉਹ ਕਰ ਪਾਂ। ਹਾਲਾਂਕਿ ਅਕਾਲ ਪੁਰਖ ਦਾ ਭਾਣਾ ਜਿਹੜਾ ਵਰਤੋਣਾ ਸੀ ਉਹ ਵਰਤੋਇਆ। ਬਟ ਫਿਰ ਮੈਂ ਸੋਚਿਆ ਕਿ ਟੀਚਿੰਗ ਇੱਕ ਐਸਾ ਪ੍ਰੋਫੈਸ਼ਨ ਹੈ ਜਿਹੜਾ ਮੇਰੇ ਦਿਲ ਦੇ ਬੜਾ ਜ਼ਿਆਦਾ ਕਰੀਬ ਸੀ। ਕਰੀਬ ਇਸ ਵਾਸਤੇ ਵੀ ਸੀ ਕਿਉਂਕਿ ਟੀਚਿੰਗ ਦੇ ਨਾਲ, ਕਿਉਂਕਿ ਸਰਸਵਤੀ ਦਾਨ ਇੱਕ ਐਸਾ ਦਾਨ ਹੈ ਜਿਹੜਾ ਵੱਧਦਾ ਹੈ, ਬਣਦਿਆਂ ਵੱਧਦਾ ਹੈ, ਘਟਦਾ ਨਹੀਂ ਹੈ। ਔਰ ਮੈਨੂੰ ਇਹ ਵੀ ਮਾਣ ਮਹਿਸੂਸ ਹੁੰਦਾ ਹੈ ਕਿ ਜੰਮੂ ਦੇ ਆਲਮੋਸਟ ਹਰ ਪ੍ਰੋਮੀਨੈਂਟ ਇੰਸਟੀਟਿਊਸ਼ਨ ਨੇ ਮੈਨੂੰ ਇਹ ਫਕਰ ਦਿੱਤਾ ਕਿ ਮੈਂ ਉਸ ਮੰਚ ਵਿੱਚ ਵੀ ਮੈਂ ਬੱਚਿਆਂ ਨੂੰ ਜਿੰਨੀ ਮੇਰੀ ਕੰਟਰੀਬਿਊਸ਼ਨ ਹੋ ਸਕੀ ਮੈਂ ਪੜ੍ਹਾਇਆ ਹੈ, ਚਾਹੇ ਉਹ ਸਾਇੰਸ ਕਾਲਜ ਕੈਂਪਸ ਹੋਵੇ ਜਾਂ ਗਾਂਧੀ ਨਗਰ ਕੈਂਪਸ ਹੋਵੇ। ਮੀਨਵਾਈਲ ਮੇਰੀ ਆਪਣੀ ਪ੍ਰੈਪਰੇਸ਼ਨ ਜਰਨੀ ਵੀ ਜਿਹੜੀ ਕੰਟੀਨਿਊ ਰਹੀ। ਇਨ ਬਿਟਵੀਨ ਕੁਝ ਮੇਰੇ ਬੈਂਕਿੰਗ ਐਗਜ਼ਾਮੀਨੇਸ਼ਨਸ ਵੀ ਮੇਰੇ ਕੁਆਲੀਫਾਈ ਹੋਣ ਤੋਂ ਬਾਅਦ ਮੈਂ ਜੁਆਇਨ ਨਹੀਂ ਕੀਤਾ। I didn't join the banking examination despite I am getting my hectic postings in Chenab Valley or Kashmir Valley region। ਮੈਨੂੰ ਲੱਗੇ ਨਹੀਂ, ਮੈਨੂੰ ਸ਼ਾਇਦ ਮੈਂ ਫੈਮਿਲੀ ਕੰਡੀਸ਼ਨਸ ਜਾਂ ਮੇਰੀ ਆਪਣੀ ਜਿਹੜੀ ਕਾਲਿੰਗ ਹੈ ਇਸ ਸਿਵਲ ਸਰਵਿਸਿਜ਼ ਵਾਸਤੇ ਉਹ ਮੈਨੂੰ ਇਜਾਜ਼ਤ ਨਹੀਂ ਦੇ ਕਰਦੀ। ਇਹ ਸਾਰੀ ਚੀਜ਼ਾਂ ਚੱਲਦੀ ਰਹੀਆਂ ਔਰ ਉਤਾਰ ਚੜਾਵ ਇਸ ਤਰ੍ਹਾਂ ਰਹੇ ਕਿ ਕਈ ਵਾਰੀ ਤੁਸੀਂ ਜਿਹੜੇ ਅੱਧੇ ਨੰਬਰ ਤੋਂ ਰਹਿੰਦੇ ਸੋ ਇਹ ਬਹੁਤ ਵੱਡੀ ਇੱਕ ਘਾਟ ਹੋ ਜਾਂਦੀ ਹੈ। ਬਾਈ ਇਫ ਯੂ ਆਰ ਮਿਸਿੰਗ ਦ ਟਾਰਗੇਟ ਬਾਈ ਆਲਮੋਸਟ ਹਾਫ ਅ ਮਾਰਕ ਇਟ ਮੀਨਸ ਯੂ ਹੈਵ ਟੂ ਅਗੇਨ ਕੰਪਲੀਟ ਦ ਸਟਾਰਟਸ ਦਿਸ ਪ੍ਰੋਸੈਸ ਬਾਈ ਸਕ੍ਰੈਚ। ਉੱਥੇ ਬੜਾ ਤੁਸੀਂ ਜਿਹੜੇ ਟੁੱਟਦੇ ਹੋ। ਫਿਰ ਮੈਨੂੰ ਇੱਕ ਬੜਾ ਅਜ਼ੀਜ਼ ਸੀ ਕਿਉਂਕਿ ਮੈਂ ਲਿਖਣ ਦਾ ਬੜਾ ਸ਼ੌਕੀਨ ਹਾਂ ਤੇ ਆਪਣੇ ਦੁੱਖ ਦੇ ਲਈ ਮੈਨੂੰ ਟਾਈਮ ਹੁੰਦਾ ਹੈ ਤੇ ਮੈਂ ਇੱਕ ਸ਼ੇਅਰ ਸ਼ਾਇਰੀ ਦਾ ਵੀ ਮੈਨੂੰ ਕਾਫੀ ਜ਼ਿਆਦਾ ਉਹਦੇ ਵਿੱਚ ਮੇਰਾ ਇੰਟਰਸਟ ਹੈ। ਜਿਵੇਂ ਇੱਕ ਸ਼ੇਅਰ ਸੁਣਾਇਆ ਜਾਏ ਇਸ ਮੌਕੇ ਤੇ, ਇੱਕ ਵਧੀਆ ਸ਼ੇਅਰ ਹੋ ਜਾਂਦਾ ਹੈ ਨਾ ਸਰ। ਮੈਂ ਜ਼ਰੂਰ ਕਰਾਂਗਾ। ਇਹ ਅਕਸਰ ਮੇਰੇ ਸਟੂਡੈਂਟਸ ਜਿਹੜੇ ਦੇਖ ਰਹੇ ਹੋਣਗੇ, ਮੈਨੀ ਆਫ ਮਾਈਟ ਥਿੰਕ ਕਿ ਮੈਂ ਕਲਾਸ ਦੇ ਮੰਚ ਵਿੱਚ ਵੀ ਇਹ ਅਕਸਰ ਬੋਲਦਾ
कि इस दुनिया में हर किसी को मुकम्मल जहां नहीं मिलता। इस दुनिया में हर किसी को मुकम्मल जहां नहीं मिलता। कहीं ज़मीं मिलती है तो कहीं आसमां नहीं मिलता। मिलता है उनको सब कुछ मगर, मिलता है उनको सब कुछ मगर, जहां इरादों की उड़ान ऊंची होती है, जहां हौसलों के पंख ऊंचे होते हैं। ਬਿਲਕੁਲ ਜੀ, ਹੌਸਲੇ ਉੱਚੇ ਹੋਣ ਤਾਂ ਹੀ ਅੱਗੇ ਵਧਿਆ ਜਾ ਸਕਦਾ ਹੈ। ਨਾਲ ਦੇ ਨਾਲ ਤੁਹਾਡੀ ਮਾਤਾ ਜੀ, ਮਾਤਾ ਹਰਦੀਪ ਕੌਰ ਉਹਨਾਂ ਨਾਲ ਗੱਲ ਕਰਾਂਗੇ, ਜਿਨ੍ਹਾਂ ਦਾ ਬਹੁਤ ਹੀ ਸਾਥ ਰਿਹਾ ਇਸ ਪੂਰੇ ਜਰਨੀ ਵਿੱਚ ਤੁਹਾਡੇ ਨਾਲ। ਜੀ ਮਾਤਾ ਹਰਦੀਪ ਕੌਰ ਉਹਨਾਂ ਨਾਲ ਗੱਲ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮਾਤਾ ਜੀ, ਕਿਵੇਂ ਦਾ ਲੱਗ ਰਿਹਾ ਅੱਜ ਤੁਹਾਨੂੰ ਕਿ ਤੁਹਾਡੇ ਬੇਟੇ ਨੇ ਅੱਜ ਇੰਨਾ ਵੱਡਾ ਮੁਕਾਮ ਹਾਸਿਲ ਕੀਤਾ ਹੈ? ਉਹਨਾਂ ਆਪਣੇ ਫਾਦਰ ਦੀ पूरी जो है एक तमन्ना सी, दिली तमन्ना, उसनों पूरा किया है। ਉਹਦੇ ਬਾਰੇ ਕੀ ਕਹਿਣਾ ਚਾਹੋਗੇ? मुझे बहुत खुश है आज, मेरे बच्चे की मेहनत देख के बड़ा खुश हुई आज। आज मैंने मेरी खुशी का कोई ठिकाना नहीं है, क्योंकि बच्चे ने बहुत मेहनत की सी, बच्चे ने मेहनत का फल मिले आज। ਚਲੋ ਜੀ, ਬਹੁਤ ਬਹੁਤ ਮੁਬਾਰਕ ਹੈ ਜੀ ਤੁਹਾਨੂੰ ਵੀ। ਆਓ ਜੀ ਉਹਦੀ ਸਿਸਟਰ ਨਾਲ ਗੱਲ ਕਰਦੇ ਹਾਂ, ਛੋਟੇ ਸਿਸਟਰ ਨੇ ਉਹਨਾਂ ਨਾਲ ਗੱਲ ਕਰਾਂਗੇ। ਕਿਵੇਂ ਦਾ ਲੱਗ ਰਿਹਾ ਭੈਣ ਜੀ ਤੁਹਾਨੂੰ? ਅੱਜ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ। ਸਾਡਾ ਮੋਸਟ ਵੇਟਿੰਗ ਸਾਡੀ ਇੱਕ ਸੀ ਕਿ ਵਿਸ਼ ਜਲਦੀ ਤੋਂ ਹੋ ਜਾਏ। ਅੱਜ ਸਾਡੇ ਪਾਪਾ ਵੀ ਬਹੁਤ ਖੁਸ਼ ਹੋਣੇ, ਜਿੱਥੇ ਵੀ ਹੋਵਾਂਗੇ ਉਹਨਾਂ ਦੀ ਵੀ ਬਹੁਤ ਵੱਡੀ ਵਿਸ਼ ਸੀ। ਬਸ ਟੁਡੇ ਵੀ ਆਰ ਸੋ ਹੈਪੀ, ਕਾਂਟ ਇਵਨ ਐਕਸਪ੍ਰੈਸ ਇਨ ਵਰਡਸ, ਵੀ ਆਰ ਸੋ ਹੈਪੀ। ਬਿਲਕੁਲ ਜੀ, ਤੁਹਾਡੀ ਖੁਸ਼ੀ ਤੁਹਾਡੇ ਅੱਖਾਂ ਵਿੱਚ ਝਲਕ ਰਹੀ ਹੈ। ਜਿੱਥੇ ਫਾਦਰ ਸਾਹਿਬ ਔਰ ਨਹੀਂ ਹਨ ਇਸ ਵੇਲੇ, ਥੋੜਾ ਦੁੱਖ ਵੀ ਹੈ, ਨਾਲ ਹੀ ਖੁਸ਼ੀ ਵੀ ਹੈ ਕਿ ਅੱਜ ਉਹਨਾਂ ਦਾ ਬੇਟਾ ਜੋ ਹੈ ਉਹਨਾਂ ਨੇ ਏਡਾ ਵੱਡਾ ਮੁਕਾਮ ਹਾਸਿਲ ਕੀਤਾ ਹੈ। ਜੀ ਉਹਨਾਂ ਦੇ ਆਓ ਜੀ, ਇੱਥੇ ਉਹਨਾਂ ਦੇ ਪਿੰਡ ਦੇ ਜੋ ਹਨ ਸਰਦਾਰ ਸੁਰਿੰਦਰ ਸਿੰਘ ਜੀ ਜੋ ਪੰਚ ਹਨ ਇੱਥੇ ਦੇ, ਉਹ ਵੀ ਇੱਥੇ ਸ਼ਾਮਿਲ ਹੋਏ ਨੇ ਸਾਡੇ ਨਾਲ। ਉਹਨਾਂ ਦਾ ਕੀ ਕਹਿਣਾ ਹੈ ਕਿ ਤੁਹਾਡੇ ਇੱਥੇ ਦੇ ਇੱਕ ਬੱਚੇ ਨੇ ਸਰਦਾਰ ਜਗਤੇਸ਼ਵਰ ਸਿੰਘ ਹੋਰਾਂ ਨੇ ਅੱਜ IAS ਕਲੀਅਰ ਕੀਤਾ ਹੈ, ਤੁਸੀਂ ਕੀ ਕਹਿਣਾ ਚਾਹੋਗੇ? ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਇੱਕ ਪ੍ਰਾਊਡ ਹੋਇਆ ਹੈ, ਸਰਦਾਰ ਜਗਤੇਸ਼ਵਰ ਸਿੰਘ ਜੀ ਸਾਡੇ ਰਿਸ਼ਤੇਦਾਰ ਵੀ ਹਨ, ਅਸੀਂ ਆਪਸ ਨੂੰ ਭਰਾਤਾ ਵੀ ਲੱਗਦੇ ਹਾਂ। ਔਰ ਮੈਂ ਇਸ ਪੰਚਾਇਤ ਦਾ ਵਾਰਡ ਦਾ ਪੰਚ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿਆਂਗਾ। ਇਹਨਾਂ ਦੇ ਮਾਤਾ ਜੀ, ਇਹਨਾਂ ਦੀ ਸਿਸਟਰਸ, ਇਹਨਾਂ ਦੇ ਪਿਤਾ ਜੀ ਜੋ ਇਸ ਦੁਨੀਆ ਤੋਂ ਚਲੇ ਗਏ ਹਨ। ਮੈਂ ਆਸ ਕਰਦਾ ਹਾਂ ਇਹਨਾਂ ਨੇ KS ਪੂਰੀ ਕੀਤੀ ਹੈ, ਅੱਗੇ ਵੀ ਆਸ ਕਰਦਾ ਕਿ IAS ਦੀ ਤਿਆਰੀ ਕਰਨ, ਜਿੰਨੀ ਸਾਡੇ ਵੱਲੋਂ ਹੈਲਪ ਹੋ ਸਕੇਗੀ ਅਸੀਂ ਕਰਾਂਗੇ। ਤੇ ਪਰਮਾਤਮਾ ਇਹਨਾਂ ਨੂੰ ਕੋਈ ਅੱਛੀ ਜੌਬ ਦੇ ਕੇ ਤੇ ਖੁਸ਼ੀਆਂ ਪ੍ਰਾਪਤ ਕਰਨ। ਤੇ ਇਸ ਪੰਚਾਇਤ ਵੱਲੋਂ, ਇਸ ਵਾਰਡ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਇੱਕ ਪਿੰਡ ਦੇ ਵਿੱਚੋਂ ਨਿਕਲ ਕੇ, ਗੋਲ ਗੁਜ਼ਰਾਲ ਦੇ ਵਿੱਚੋਂ ਨਿਕਲ ਕੇ KS ਪੂਰੀ ਕਰਨੀ ਕੋਈ ਛੋਟੀ ਗੱਲ ਨਹੀਂ ਹੁੰਦੀ। ਪਰਮਾਤਮਾ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ। ਬਸ ਮੈਂ ਨਹੀਂ ਕਹਾਂਗਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਸੁਰਿੰਦਰ ਸਿੰਘ ਜੀ ਦਾ ਕਹਿਣਾ ਬਿਲਕੁਲ ਠੀਕ ਹੈ ਜੀ। ਪੂਰੀ ਕੌਮ ਨੂੰ ਫਖਰ ਹੁੰਦਾ ਹੈ, ਪੂਰੇ ਇਲਾਕਾ ਵਾਸੀਆਂ ਨੂੰ ਫਖਰ ਹੁੰਦਾ ਹੈ, ਖੁਸ਼ੀ ਮਹਿਸੂਸ ਹੋ ਰਹੀ ਹੈ। ਅੱਜ ਜੀ ਆਪਣੇ ਜੋ ਭੈਣ ਜੀ ਹਨ ਉਹ ਮੂੰਹ ਮਿੱਠਾ ਕਰਾਉਣਗੇ ਆਪਣੇ ਬ੍ਰਦਰ ਦਾ, ਕਹਿ ਰਹੇ ਜੀ ਕਿ ਅਸੀਂ ਖੁਸ਼ੀ ਦੇ ਮੌਕੇ ਤੇ ਬਹੁਤ ਬਹੁਤ ਮੁਬਾਰਕ ਹੈ ਜੀ ਤੁਹਾਨੂੰ ਵੀ, ਬਹੁਤ ਬਹੁਤ ਜੀ। ਜੀ ਜਗਤੇਸ਼ਵਰ ਵੀ ਜੀ, ਧੰਨਵਾਦ ਜੀ, ਧੰਨਵਾਦ। ਸਾਡੇ ਤਰਫੋਂ ਵੀ ਥੋੜਾ ਮੂੰਹ ਮਿੱਠਾ ਕਰੋ ਜੀ, ਇੱਕ ਵਾਰੀ ਪੂਰੀ ਟੀਮ ਤਰਫੋਂ ਤੁਹਾਨੂੰ ਬਹੁਤ ਬਹੁਤ ਮੁਬਾਰਕ ਹੈ ਜੀ। ਬੜੇ ਖੁਸ਼ੀ ਦਾ ਮੂਮੈਂਟ ਹੈ ਇਹ। ਜੀਜਾਈ ਨੰਨਾਂ ਦੇ ਜੀ, ਇਹ ਵੀ ਕਹਿ ਰਹੇ ਨੇ ਆਓ ਜੀ ਪਲੀਜ਼ ਕਰੋ, ਮੂੰਹ ਮਿੱਠਾ ਕਰਾਓ ਤੁਸੀਂ। ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਜਗਤੇਸ਼ਵਰ ਵੀਰ ਜੀ, ਜਿਸ ਤਰ੍ਹਾਂ ਤੁਸੀਂ KS ਦਾ ਐਗਜ਼ਾਮ ਕਲੀਅਰ ਕੀਤਾ ਹੈ, ਆਉਣ ਵਾਲੀ ਜਨਰੇਸ਼ਨ ਨੂੰ ਕੀ ਮੋਟੀਵੇਸ਼ਨ ਦਿਓਗੇ, ਕੀ ਸੁਨੇਹਾ ਦਿਓਗੇ ਕਿ ਕਿਵੇਂ ਦੀ ਤਿਆਰੀ ਹੋਣੀ ਚਾਹੀਦੀ ਹੈ ਤੇ ਕਿਵੇਂ ਉਹਨਾਂ ਨੇ ਕਿੰਨਾ ਟਾਈਮ ਪੜ੍ਹਨਾ ਚਾਹੀਦਾ ਹੈ, ਕਿੰਨਾ ਟਾਈਮ ਇਹਦੇ ਵਾਸਤੇ ਦੇਣਾ ਚਾਹੀਦਾ ਹੈ ਇਸ ਸਟੱਡੀਜ਼ ਨੂੰ, ਕਿ ਤਾਂ ਕਿ ਉਹ ਵੀ ਅੱਗੇ ਜਾ ਕੇ KS ਜਾਂ IAS ਵਾਸਤੇ ਕੁਆਲੀਫਾਈ ਕਰ ਸਕਣ? मैं ਜਿਹੜੇ ਵੀ ਬੱਚੇ ਲਾਈਵ ਦੇਖ ਰਹੇ ਹੋਣਗੇ ਜਾਂ ਬਾਅਦ ਵਿੱਚ ਰਿਕਾਰਡਡ ਵਰਜ਼ਨ ਵੀ ਦੇਖਾਂਗੇ, ਮੈਂ ਇੱਕੋ ਕਹਾਂਗਾ ਕਿ ਇੰਡੀਆ ਇਜ਼ ਅ ਲੈਂਡ ਆਫ ਗ੍ਰੇਟ ਓਪਰਚੁਨਿਟੀਜ਼। ਆਸ ਇਜ਼ ਅ ਗ੍ਰੇਟ ਲੈਂਡ। ਅਸੀਂ ਇੱਕ ਮਹਾਨ ਦੇਸ਼ ਹਾਂ, ਔਰ ਇੱਕ ਮਹਾਨ ਦੇਸ਼ ਦਾ ਜਿਹੜਾ ਸਾਡਾ ਅੱਗੇ ਵਧਣਾ ਗਰੋਥ ਹੈ, ਉਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ। ਨੋ ਪਾਵਰ ਔਨ ਅਰਥ ਕੈਨ ਸਟਾਪ ਐਨ ਆਈਡੀਆ। ਦ ਆਈਡੀਆ ਇਜ਼ ਦ ਗ੍ਰੇਟਨੈਸ ਆਫ ਦਿਸ ਗ੍ਰੇਟ ਨੇਸ਼ਨ ਇੰਡੀਆ। ਜਿਹੜੇ ਵੀ ਬੱਚੇ ਇਸ ਨੇਸ਼ਨ ਬਿਲਡਿੰਗ ਪ੍ਰੋਜੈਕਟ ਵਿੱਚ ਆਉਣਾ ਚਾਹੁੰਦੇ ਨੇ, ਸਿਵਲ ਸਰਵਿਸਿਜ਼ ਦੀ ਤਿਆਰੀ ਕਰਨਾ ਚਾਹੁੰਦੇ ਨੇ, ਮੇਰੀ ਇੱਕ ਉਹਨਾਂ ਦੇ ਪ੍ਰਤੀ ਸੁਜੈਸ਼ਨ ਜ਼ਰੂਰ ਰਹੇਗੀ, they should at least look beyond conventional ways of preparation। आज तो 5 साल पहले, 10 साल पहले एक कन्वेंशनल तरीका, एक पुराना तरीका ਜਿਹੜਾ ਸੀ ਉਹ ਰਟਿਆ ਕੀਤਾ ਜਾਂਦਾ ਸੀ ਤਿਆਰ। ਫॉर एग्जांपल मटेरियल इकट्ठा कर लिता जाए, कुछ क्लासरूम प्रोग्राम से जाया जाए,
ਮਤਲਬ ਕੋਲੈਕਟ ਇੱਕ ਜਿਹੜਾ ਵਰਡ ਹੈ ਉਸ ਦੇ ਉੱਪਰ ਅਸੀਂ ਜ਼ਿਆਦਾ ਫੋਕਸ ਕਰਦੇ ਸਾਂ ਬਟ ਮੈਂ ਸਮਝਦਾ ਅੱਜ ਇੱਕ ਸਮਾਰਟ ਅਪਰੋਚ ਦਾ ਯੂਜ਼ ਕਰਨ ਦਾ ਬੜਾ ਵੱਡਾ ਜ਼ਰੂਰਤ ਹੈ ਵੀ ਆਰ ਐਂਟਰਿੰਗ ਇਨਟੂ ਦ era of digital India, skill India, smart India, so we have to become smart. I will just mention 5 points ਜਿਹੜੇ ਬੱਚੇ ਦੇਖ ਰਹੇ ਨੇ ਉਹ ਆਪਣੀ ਪ੍ਰਿਪਰੇਸ਼ਨ ਹੀ ਲਿਆਣ ਸਾਨੂੰ ਕਾਫੀ ਟਾਈਮ ਲੱਗਿਆ ਮੈਨੂੰ ਕਾਫੀ ਕਿਉਂਕਿ ਮੈਨੂੰ ਕੋਈ ਮੈਂਟਰ ਨਹੀਂ ਸੀ ਦੱਸਣ ਵਾਸਤਾ ਮੈਂ ਆਪਣੀ ਗਲਤੀਆਂ ਤੋਂ ਸਿੱਖਿਆ ਤੇ ਅੱਜ ਇੱਥੇ ਪੁੱਜਿਆ ਬਟ ਮੈਂ ਤੁਹਾਨੂੰ ਬੋਲਾਂਗਾ 5 ਚੀਜ਼ਾਂ ਦਾ ਧਿਆਨ ਰੱਖੋ ਫਸਟ ਐਂਡ ਫੋਰਮੋਸਟ ਪਲੀਜ਼ ਕਲੀਅਰ ਯੂਰ ਬੇਸਿਕਸ ਤੁਹਾਡੇ ਬੇਸਿਕਸ ਜਿਹੜੇ ਨੇ ਉਹ ਬਹੁਤ ਵੱਡੀ ਤਰ੍ਹਾਂ ਕਲੀਅਰ ਹੋਣੇ ਚਾਹੀਦੇ ਨੇ ਕਿ ਵਾਈ ਸਿਵਲ ਸਰਵਿਸਿਜ਼ ਵਾਟ ਇਜ਼ ਦ ਪ੍ਰੋਸੈਸ ਆਫ ਸਿਵਲ ਸਰਵਿਸਿਜ਼ ਵਾਟ ਇਜ਼ ਦ ਏਮ ਵਾਟ ਇਜ਼ ਦ ਜਰਨੀ ਐਂਡ ਆਲ ਥੀਸ ਬੇਸਿਕ ਨਿਟੀ-ਗ੍ਰਿਟੀਜ਼ ਯੂ ਫਸਟ ਐਂਡ ਫੋਰਮੋਸਟਲੀ ਨੋ ਸੈਕਿੰਡ ਤੁਹਾਡੇ ਜਿਹੜਾ ਵੀ ਸਿਲੇਬਸ ਹੈ ਉਸਦਾ ਇੱਕ ਬੇਸਿਕ ਅੰਡਰਸਟੈਂਡਿੰਗ ਤੁਹਾਨੂੰ ਹੋਣੀ ਚਾਹੀਦੀ ਹੈ ਥਰਡਲੀ ਡਿਮਾਂਡ ਕੀ ਹੈ ਸੋਸਾਇਟੀ ਦੀ ਇਸ ਵਕਤ ਜੋ ਪੇਪਰ ਆ ਰਹੇ ਨੇ ਜੋ ਟ੍ਰੈਂਡ ਹੈ ਉਹ ਇਹ ਡਿਫਾਈਨ ਕਰਦਾ ਹੈ ਕਿ ਡਿਮਾਂਡ ਕੀ ਹੈ ਅਸੀਂ ਐਕਚੁਅਲੀ ਡਿਮਾਂਡ ਨਾ ਸਮਝ ਕੇ ਅਸੀਂ ਆਪਣੇ ਤਰੀਕੇ ਨਾਲ ਤਿਆਰੀ ਕਰਦੇ ਹਾਂ ਦੋ ਇਸ ਵਾਸਤੇ ਮੈਨੂੰ ਗੱਲ ਇਹ ਕਹਿਣੀ ਪੈ ਰਹੀ ਹੈ ਮੈਨੀ ਆਫ ਮਾਈ veteran friends unfortunately unable to get into the list why because ਕਿਧਰੇ ਨਾ ਕਿਧਰੇ ਅਸੀਂ ਚੇਂਜ ਨਹੀਂ ਕਰ ਪਾਉਂਦੇ ਆਪਣੇ ਆਪ ਨੂੰ ਜਿਹੜੇ ਚੇਂਜਿੰਗ ਸਰਕਮਸਟੈਂਸਿਸ ਨਾਲ ਸਾਡੀ ਸਟ੍ਰੈਟਜੀ ਚੇਂਜ ਨਹੀਂ ਕਰ ਪਾਉਂਦੀ ਔਰ ਕਿਉਂਕਿ ਤੁਹਾਨੂੰ ਪਤਾ ਹੈ ਐਡਮਿਨਿਸਟ੍ਰੇਸ਼ਨ ਇਜ਼ ਅ ਡਾਇਨਾਮਿਕ process governance is not an easy affair you daily have so many challenges which you don't know for example corona ਆਇਆ ਕੋਰੋਨਾ ਕਿਸੇ ਨੇ ਸੋਚਿਆ ਨਹੀਂ ਸੀ ਮਹਾਮਾਰੀ ਆਏਗੀ ਬਟ ਹਰ ਦਿਨ ਇਸ ਤਰ੍ਹਾਂ ਦੀਆਂ ਅੱਗੇ ਸਾਨੂੰ ਚੈਲੰਜਸ ਕਲਯੁਗ ਵਿੱਚ ਸਾਨੂੰ ਫੇਸ ਕਰਨੇ ਪੈਣਗੇ ਫॉर दैट what is important firstly you clear your basics secondly you understand why you want to become what is the purpose what is the intention thirdly your resources should be strong robust but limited don't run much about your resources and fourthly most important मैं कहूँगा ਜਿਹੜੇ ਬੱਚੇ newspaper heading नहीं पढ़ते in fact they should start reading newspapers if you are not abreast with understanding newspaper then it becomes almost impossible for you to get into the services current ਦੀ ਸਿਰਫ magazine ਪੜ੍ਹਨਾ ਨਹੀਂ ਹੋਏਗਾ ਤੁਹਾਨੂੰ by handy newspaper ਪੜ੍ਹਨਾ ਪਏਗਾ either you are going by the Hindu or Indian Express or Greater Kashmir or Daily Expression any of these you can take up क्योंकि J&K which दो prominent हैं for Jammu division it is Daily Excelsior for Valley it is Greater Kashmir both are excellent and national newspapers are the Hindu and this Indian the Hindu and ਇੰਡੀਅਨ ਐਕਸਪ੍ਰੈਸ ਇਹਨਾਂ ਦੋਨਾਂ ਨੂੰ ਤੁਸੀਂ ਇੱਕ ਨੈਸ਼ਨਲ ਪੜ੍ਹੋ ਇੱਕ ਲੋਕਲ ਸਟੇਟ ਪੜ੍ਹੋ ਔਰ ਲਾਸਟ ਮੋਸਟ ਇੰਪੋਰਟੈਂਟ ਚੀਜ਼ ਟਰਾਈ ਟੂ ਗੈਟ ਮੋਰ ਐਂਡ ਮੋਰ ਕੰਡੈਂਸਡ ਬਿਕੋਜ਼ ਐਗਜ਼ਾਮ ਵਿੱਚ ਤੁਹਾਨੂੰ 3 ਘੰਟੇ ਵਿੱਚ ਆਪਣੀ ਪਰਫਾਰਮੈਂਸ ਦੇਣੀ ਹੈ ਤੁਹਾਡੀ 10 ਸਾਲ ਦੀ ਜਰਨੀ ਹੋ ਸਕਦੀ ਹੈ ਕਿਸੇ ਦੀ 6 ਸਾਲ ਦੀ ਕਿਸੇ ਦੀ 3 ਸਾਲ ਦੀ ਬਟ ਉਹ 3 ਘੰਟੇ ਡਿਸਾਈਡ ਕਰਾਂਗੇ ਵਾਟ ਵਿਲ ਬੀ ਦੇਅਰ ਇਨ ਸਟੋਰ ਫॉर योर फ्यूचर तो ट्राई टू गेट इट एज condensed as possible and fourthly and lastly believe in yourself and faith is almighty ਜਿਹਨੇ ਦੁਨੀਆ ਚਲਾਈ ਹੈ ਉਹਨੇ ਸਾਡੇ ਵਾਸਤੇ ਵੀ ਕੁਛ ਨਾ ਕੁਛ ਸੋਚਿਆ ਹੋਵੇਗਾ ਥੈਂਕ ਯੂ ਧੰਨਵਾਦ ਜੀ ਇਹ ਸਨ ਸਾਡੇ ਨਾਲ ਸਰਦਾਰ ਜਗਤੇਸ਼ਵਰ ਜੀ ਇਕਬਾਣੀ ਦੀ ਟੀਮ ਤਰਫੋਂ ਇਹਨਾਂ ਨੂੰ ਫਿਰ ਇੱਕ ਵਾਰ ਬਹੁਤ ਬਹੁਤ ਮੁਬਾਰਕ ਹੈ ਬੜਾ ਹੀ ਸੋਹਣਾ ਕਿਹਾ ਇਹਨਾਂ ਨੇ ਕਿ ਹੁਣ ਡਿਜੀਟਲ ਜ਼ਮਾਨਾ ਹੈ ਅੱਗੇ ਵਧਣ ਦੀ ਲੋੜ ਹੈ ਇੱਕ ਕੰਪੈਕਟ ਨਹੀਂ ਰੱਖਣਾ ਆਪਣੇ ਆਪ ਨੂੰ ਕਿ ਅਸੀਂ ਇੰਨਾ ਜਿਹਾ ਮਟੀਰੀਅਲ ਤਿਆਰ ਕੀਤਾ ਹੋਇਆ ਤੇ ਇੰਨੇ ਜਿਹੇ ਨੂੰ ਹੀ ਪੜ੍ਹਨਾ ਹੈ ਸਭ ਤੋਂ ਪਹਿਲਾਂ ਬੇਸਿਕਸ ਪੜ੍ਹਨੇ ਜ਼ਰੂਰੀ ਨੇ ਜੋ ਵੀ ਸਾਡੇ ਸਰੋਤਾ ਦੇਖ ਰਹੇ ਨੇ ਉਹਨਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਬੇਸਿਕਸ ਆਪਣੇ ਕਲੀਅਰ ਹੋਣੇ ਚਾਹੀਦੇ ਨੇ ਅੱਗੇ ਵਧਣ ਵਾਸਤੇ ਤੇ ਦੂਜੀ ਗੱਲ ਇਹਨਾਂ ਨੇ ਬਹੁਤ ਵਧੀਆ ਕਹੀ ਕਿ ਕਿਉਂ ਕਿ ਇਹ ਸੀ ਕਿਉਂ ਚੁਣਨਾ ਚਾਹੁੰਦੇ ਹੋ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਕਲੀਅਰ ਹੋਣਾ ਚਾਹੀਦਾ ਤੁਸੀਂ ਦੇਖਦੇ ਰਹੋ ਇਕਬਾਣੀ ਚੈਨਲ ਇਸੇ ਤਰ੍ਹਾਂ ਹੋਰ ਵੀ ਹਸਤੀਆਂ ਨਾਲ ਤੁਹਾਨੂੰ ਮਿਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ